क्योंकि हमेशा जदों ओपोजिशन स्ट्रोंग हुंदी आ ते उदों डेमोक्रेसी बैटर रूप दे विच सामने आउंदी है। और ਉਹੀ ਕਰਕੇ मैं हमेशा बोलदा हैगा क्योंकि मैं ਤਾਂ जिस फील्ड ਤੋਂ ਆਇਆ ਅਸੀਂ ਤਾਂ ਕਮਰੇ ਦੇ ਵਿੱਚ ਬਹਿ ਕੇ ਇੱਕ ਦੂਸਰੇ ਨੂੰ ਗਾਲਾਂ ਵੀ ਕੱਢ ਲੈਂਦੇ ਸੀ ਵੀ ਉੱਥੋਂ ਦੀ ਬਾਲ ਲੰਘਿਆ ਤੇ ਲੰਘਿਆ। ਤੁਸੀਂ ਬੋਲਿਆ ਸੈਸ਼ਨ ਹਮੇਸ਼ਾ ਛੋਟਾ ਰਹਿੰਦਾ ਸੀ, ਹੁਣ ਵੱਡੇ ਸੈਸ਼ਨ ਹੋਣਗੇ ਔਰ ਹਰ ਐਮਐਲਏਜ਼ ਦੀ ਰਿਪੋਰਟ ਪੂਰੀ ਉਹਦੇ ਵਿੱਚ ਪੜ੍ਹੀ ਜਾਏਗੀ। ਦੁਨੀਆ ਦੇ ਉੱਤੇ 2-2 ਮਹੀਨੇ ਦਾ ਸੈਸ਼ਨ ਵੀ ਹੁੰਦਾ, 1.5 ਮਹੀਨੇ ਦਾ ਸੈਸ਼ਨ ਵੀ ਹੁੰਦਾ ਤੇ ਸਾਡੇ ਐਮਐਲਏ ਨੇ ਫਿਰ ਕਰਨਾ ਕੀ ਆ? 1.5 ਦਿਨ ਦਾ ਸੈਸ਼ਨ, ਉਹਦੇ ਵਿੱਚ ਵੀ ਓਬਿਚਰੀਜ਼, ਉਹਦੇ ਵਿੱਚ ਵੀ ਬੋਲਣ ਨਹੀਂ ਦਿੱਤਾ ਜਾਂਦਾ। ਇਹ ਡੈਮੋਕ੍ਰੇਸੀ ਨਹੀਂ ਹੈ। ਮੈਂ ਤਾਂ ਡੈਮੋਕ੍ਰੇਸੀ ਦਾ ਅਸਲੀ ਰੂਪ ਜਿਹੜਾ ਆ ਉਹ ਲੋਕਾਂ ਦੇ ਸਾਹਮਣੇ ਲੈ ਕੇ ਜਾਈਏ ਤਾਂ ਕਿ ਅਸੀਂ ਸਾਰੇ ਜਣੇ ਉਹਨੂੰ ਆਨਸਰੇਬਲ ਤਾਂ ਹੋਈਏ। ਕਰਪਸ਼ਨ ਦੀ ਗੱਲ ਅਗਰ ਦੇਖੀ ਜਾਵੇ, ਬਹੁਤ ਸਾਰੀ ਫਾਈਲਾਂ ਹੁਣ ਖੁੱਲ੍ਹਣਗੀਆਂ। ਜਿਸ ਤਰੀਕੇ ਦੇ ਨਾਲ ਕਈ ਜਿਹੜੇ ਮੰਤਰੀ ਨੇ ਉਹ ਲੱਤੇ, ਉਹਨਾਂ ਨੇ ਕਿਹਾ ਸੀ ਸਾਡੇ ਇੰਟਰਵਿਊ 'ਚ ਕਿ ਫਾਈਲਾਂ ਹੁਣ ਜਲਦ ਖੁੱਲ੍ਹਣਗੀਆਂ ਔਰ ਸਟੈਪਸ ਵੀ ਚੱਕੇ ਜਾਣਗੇ ਔਰ ਜਲਦ ਤੋਂ ਜਲਦ ਕਾਰਵਾਈ ਵੀ ਹੋਏਗੀ। ਦੇਖੋ, ਮੈਂ ਕੈਬਨਿਟ ਦਾ ਹਿੱਸਾ ਹੈਗਾ, ਕੈਬਨਿਟ ਦੇ ਵਿੱਚ ਵੀ ਉਹ ਗੱਲਾਂ ਕਰੂੰਗਾ ਜਿਹੜੀਆਂ ਚੀਜ਼ਾਂ ਕਰਨ ਦੀ ਜ਼ਰੂਰਤ ਹੈਗੀ ਆ। ਰਾਜ ਕੀ ਹੁੰਦਾ ਕਿ ਜਿਹੜਾ ਚੰਗਾ ਇਨਸਾਨ ਹੈ ਉਹਨੂੰ ਭੈ ਨਾ ਹੋਵੇ ਤੇ ਮਾੜੇ ਨੂੰ ਜਿਹੜਾ ਆ ਉਹ ਡਰ ਹੋਣਾ ਚਾਹੀਦਾ ਵੀ ਹਾਂ ਵੀ ਇਹੀ ਰਾਜ ਹੁੰਦਾ, ਹੋਰ ਕੁਝ ਨਹੀਂ ਹੁੰਦਾ। ਮੈਂ ਹਮੇਸ਼ਾ ਬੇਸਿਕਲੀ ਇਹਨਾਂ ਗੱਲਾਂ ਦਾ ਹਾਮੀ ਰਿਹਾ ਔਰ ਹਾਮੀ ਰਹੂੰਗਾ। ਅਮਿਤ ਸ਼ਾਹ ਤੇ ਮੋਦੀ ਜੀ ਉਹਨਾਂ ਨੇ ਲਗਭਗ ਅੱਧਾ ਦੇਸ਼ ਵੇਚ ਦਿੱਤਾ, ਅੱਧਾ ਅੰਬਾਨੀਆਂ ਤੇ ਅਡਾਨੀਆਂ ਨੂੰ ਦੇਤਾ। ਉੱਥੇ ਗੱਲ ਹੋ ਸਕਦੀ ਆ। ਇਹ ਡੈਮੋਕ੍ਰੇਸੀ ਦਾ ਹਿੱਸਾ ਹੋਣਾ ਚਾਹੀਦਾ, ਇਹਦੇ ਵਿੱਚ ਡਿਸਕਸ਼ਨ ਹੋਣੀ ਚਾਹੀਦੀ ਆ, ਉਹਦੇ ਵਿੱਚ ਇੰਟੈਲੀਜੈਂਸੀਆ ਯੂਜ਼ ਕਰਕੇ, ਉਹਦੇ ਵਿੱਚ ਟੈਕਨੋਕ੍ਰੈਟਸ ਨੂੰ ਯੂਜ਼ ਕਰਕੇ। ਸੋ ਸਾਡੇ ਨਾਲ ਗੱਲ ਕਰਨ ਦੇ ਲਈ ਇਸ ਵੇਲੇ ਮੌਜੂਦ ਹੈ ਪ੍ਰਗਟ ਸਿੰਘ ਕਰ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਹਨਾਂ ਦੇ ਘਰ ਦੀਆਂ ਬਾਹਰ ਦੀਆਂ ਤਸਵੀਰਾਂ ਹੈ ਕਿ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ। ਉਹਨਾਂ ਦੇ ਸਮਰਥਕ ਇੱਥੇ ਪਹੁੰਚ ਚੁੱਕੇ ਨੇ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪ੍ਰਗਟ ਸਿੰਘ ਸਰ ਦਾ ਜਿਹੜਾ ਕਿ ਵੈਲਕਮ ਕੀਤਾ ਜਾ ਰਿਹਾ। ਸਰ, ਸਭ ਤੋਂ ਪਹਿਲਾਂ ਤਾਂ ਕੰਗ੍ਰੈਚੁਲੇਸ਼ਨ। ਥੈਂਕ ਯੂ ਜੀ, ਥੈਂਕ ਯੂ ਜੀ। ਕਿਆ ਚੁਣੌਤੀਆਂ ਰਹਿਣਗੀਆਂ? ਸਭ ਤੋਂ ਪਹਿਲਾਂ ਜਿਸ ਤਰੀਕੇ ਤੁਸੀਂ ਬੋਲਿਆ ਕਿ ਹੁਣ ਸੀਐਮ ਵੀ ਐਕਸ਼ਨ ਮੋਡ ਵਿੱਚ ਨੇ, ਮੰਤਰੀਆਂ ਨੂੰ ਜ਼ਾਹਿਰ ਹੈ, ਆਪਾਂ ਕਹਿ ਰਹੇ ਕਿ ਐਕਸ਼ਨ ਮੋਡ ਵਿੱਚ ਹੋਣਾ ਲਾਜ਼ਮੀ ਹੁੰਦਾ ਹੈ, ਲੇਕਿਨ ਕਿਆ ਪ੍ਰਾਇੋਰਟੀਆਂ ਰਹਿਣਗੀਆਂ ਤੁਹਾਡੀ? ਕਿਉਂਕਿ ਮੋਰਚਾ ਜਿਹੜਾ ਖੋਲਿਆ ਗਿਆ ਸੀ, ਤੁਸੀਂ ਸਭ ਤੋਂ ਮੁਰਲੇ ਤੌਰ ਤੇ ਸੀ ਇਹਦੇ ਵਿੱਚ। ਨਹੀਂ, ਮੈਂ ਹਮੇਸ਼ਾ ਬੇਸਿਕਲੀ ਇਹਨਾਂ ਗੱਲਾਂ ਦਾ ਹਾਮੀ ਰਿਹਾ ਔਰ ਹਾਮੀ ਰਹੂੰਗਾ ਕਿਉਂਕਿ ਜਿਹੜੀ ਦੁਨੀਆ ਦੀ ਡੈਮੋਕ੍ਰੇਸੀ ਆ ਉਹਦੇ ਵਿੱਚ ਪਾਰਦਰਸ਼ਤਾ ਜਿਹੜੀ ਆ ਉਹ ਸਭ ਤੋਂ ਪਹਿਲਾ ਮੁੱਦਾ। ਉਹਦੇ ਵਿੱਚ ਡਿਸਕਸ਼ਨ ਹੋਣੀ ਚਾਹੀਦੀ ਆ। ਮੈਨੂੰ ਨਹੀਂ ਲੱਗਦਾ ਕਈ ਵਾਰੀ ਕੈਬਨਿਟ ਦੇ ਵਿੱਚ ਜਾਂ ਕਈ ਵਾਰੀ ਸਾਡੇ ਜਦੋਂ ਸੈਸ਼ਨ ਹੁੰਦੇ ਆ ਉਹਦੇ ਵਿੱਚ ਡਿਸਕਸ਼ਨ ਹੁੰਦੀ ਨਹੀਂ ਆ। ਮੈਨੂੰ ਇਹ ਲੱਗਦਾ ਡਿਸਕਸ਼ਨ ਹੋਣੀ ਚਾਹੀਦੀ ਆ। ਗਵਰਨਮੈਂਟ ਦਾ ਵੀ ਕ੍ਰਿਟਿਸਿਜ਼ਮ ਹੋਣਾ ਚਾਹੀਦਾ ਕਿਉਂਕਿ ਹਮੇਸ਼ਾ ਜਦੋਂ ਓਪੋਜੀਸ਼ਨ ਸਟਰੋਂਗ ਹੁੰਦੀ ਆ ਤੇ ਉਦੋਂ ਡੈਮੋਕ੍ਰੇਸੀ ਬੈਟਰ ਰੂਪ ਦੇ ਵਿੱਚ ਸਾਹਮਣੇ ਆਉਂਦੀ ਆ। ਔਰ ਉਹੀ ਕਰਕੇ ਮੈਂ ਹਮੇਸ਼ਾ ਬੋਲਦਾ ਹੈਗਾ ਕਿਉਂਕਿ ਮੈਂ ਤਾਂ ਜਿਸ ਫੀਲਡ ਤੋਂ ਆਇਆ ਅਸੀਂ ਤਾਂ ਕਮਰੇ ਦੇ ਵਿੱਚ ਬਹਿ ਕੇ ਇੱਕ ਦੂਸਰੇ ਨੂੰ ਗਾਲਾਂ ਵੀ ਕੱਢ ਲੈਂਦੇ ਸੀ ਵੀ ਉੱਥੋਂ ਦੀ ਬਾਲ ਲੰਘਿਆ ਤੇ ਲੰਘਿਆ ਕਿਉਂ? ਕਿਉਂਕਿ ਇਹ ਇਨਸਾਨੀ ਫਿਤਰਤ ਹੈ, ਇਹਦੇ ਵਿੱਚ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ। ਸਰ, ਤੁਸੀਂ ਬੋਲਿਆ ਸੀ ਕਮਰੇ 'ਚ ਬੈਠ ਕੇ, ਲੇਕਿਨ ਜਿਸ ਤਰੀਕੇ ਦੇ ਨਾਲ ਅਗਰ ਕਾਂਗਰਸ ਦਾ ਪੁਰਾਣਾ ਸਮਾਂ ਦੇਖਿਆ ਜਾਵੇ, ਜੋ ਇੱਕ ਮਤਲਬ ਟਵਿੱਟਰ ਵਾਰ ਚੱਲਿਆ, ਬਹੁਤ ਚੀਜ਼ਾਂ ਸਰ ਕਾਂਗਰਸ ਵਿੱਚ ਹੋਈਆਂ। ਅੱਜ ਵੀ ਸਵੇ ਜਦੋਂ ਕੈਬਨਿਟ ਬਣਨ ਤੋਂ ਪਹਿਲਾਂ ਤੱਕ ਵੀ ਬੜੀਆਂ ਚੀਜ਼ਾਂ ਹੋਈਆਂ, ਲੈਟਰ ਲਿਖੇ ਗਏ, ਸੁਖਪਾਲ ਖਹਿਰਾ ਜਿਹੜੇ ਪਹੁੰਚ ਰਹੇ ਨੇ ਉਹਨਾਂ ਵੱਲੋਂ ਬਗਾਵਤ ਕੀਤੀ ਜਾ ਰਹੀ। ਕੀ ਲੱਗਦਾ ਇਹ ਸਭ ਚੀਜ਼ਾਂ ਹੁਣ ਖਤਮ ਹੋ ਕੇ ਕੰਮ ਦੇ ਉੱਪਰ ਫੋਕਸ ਕੀਤਾ ਜਾਏਗਾ? ਡੈਫੀਨੇਟਲੀ। ਦੇਖੋ, ਇਹ ਡੈਮੋਕ੍ਰੇਸੀ ਦਾ ਹਿੱਸਾ, ਇਹ ਗੱਲ ਬੀਜੇਪੀ 'ਚ ਕੋਈ ਕਹਿ ਸਕਦਾ? ਅਮਿਤ ਸ਼ਾਹ ਤੇ ਮੋਦੀ ਜੀ ਉਹਨਾਂ ਨੇ ਲਗਭਗ ਅੱਧਾ ਦੇਸ਼ ਵੇਚ ਦਿੱਤਾ, ਅੱਧਾ ਅੰਬਾਨੀਆਂ ਤੇ ਅਡਾਨੀਆਂ ਨੂੰ ਦੇਤਾ। ਉੱਥੇ ਗੱਲ ਹੋ ਸਕਦੀ ਆ। ਇਹ ਡੈਮੋਕ੍ਰੇਸੀ ਦਾ ਹਿੱਸਾ ਹੋਣਾ ਚਾਹੀਦਾ, ਇਹਦੇ ਵਿੱਚ ਡਿਸਕਸ਼ਨ ਹੋਣੀ ਚਾਹੀਦੀ ਆ, ਉਹਦੇ ਵਿੱਚ ਇੰਟੈਲੀਜੈਂਸੀਆ ਯੂਜ਼ ਕਰਕੇ, ਉਹਦੇ ਵਿੱਚ ਟੈਕਨੋਕ੍ਰੈਟਸ ਨੂੰ ਯੂਜ਼ ਕਰਕੇ ਜਿਹੜੇ ਵੀ ਦੁਨੀਆ ਭਰ ਦੇ, ਕਿਉਂਕਿ ਅੱਜ ਦੁਨੀਆ ਕਿੱਥੇ ਜਾ ਰਹੀ ਆ? ਅੱਜ ਰਿਸਰਚ ਓਰੀਐਂਟਡ ਜਿਹੜੇ ਕੰਟਰੀਜ਼ ਹੈਗੇ ਆ ਉਹ ਦੁਨੀਆ ਦੇ ਵਿੱਚ ਬਹੁਤ ਅੱਗੇ ਚਲੇ ਗਏ। ਅਸੀਂ ਹਜੇ ਵੀ ਸਟਰਗਲ ਕਰ ਰਹੇ ਹਾਂ। ਸਾਨੂੰ ਇਹ ਮਾਈਂਡ ਸੈਟ ਚੇਂਜ ਕਰਨਾ ਚਾਹੀਦਾ ਔਰ ਤਾਂ ਹੀ ਅਸੀਂ ਅੱਗੇ ਵੱਧ ਸਕਾਂਗੇ। ਸਰ, ਕੀ ਲੱਗਦਾ, ਤੁਸੀਂ ਸੈਸ਼ਨ ਦੀ ਵੀ ਗੱਲ ਕੀਤੀ ਹੈ, ਤੁਸੀਂ ਬੋਲਿਆ ਸੈਸ਼ਨ ਹਮੇਸ਼ਾ ਛੋਟਾ ਰਹਿੰਦਾ ਸੀ, ਹੁਣ ਵੱਡੇ ਸੈਸ਼ਨ ਹੋਣਗੇ ਔਰ ਹਰ ਐਮਐਲਏਜ਼ ਦੀ ਰਿਪੋਰਟ ਪੂਰੀ ਉਹਦੇ ਵਿੱਚ ਪੜ੍ਹੀ ਜਾਏਗੀ ਔਰ ਸਭ ਨੂੰ ਸੁਣਿਆ ਜਾਏਗਾ ਔਰ ਹਰ ਮੁੱਦੇ ਦੇ ਉੱਪਰ ਚਰਚਾ ਹੋਏਗੀ? ਨਹੀਂ, ਮੈਂ ਤਾਂ ਕਹਿੰਦਾ ਕਿ ਦੁਨੀਆ ਦੇ ਉੱਤੇ 2-2 ਮਹੀਨੇ ਦਾ ਸੈਸ਼ਨ ਵੀ ਹੁੰਦਾ, 1.5 ਮਹੀਨੇ ਦਾ ਸੈਸ਼ਨ ਵੀ ਹੁੰਦਾ ਤੇ ਸਾਡੇ ਐਮਐਲਏ ਨੇ ਫਿਰ ਕਰਨਾ ਕੀ ਆ? 1.5 ਦਿਨ ਦਾ ਸੈਸ਼ਨ, ਉਹਦੇ ਵਿੱਚ ਵੀ ਓਬਿਚਰੀਜ਼, ਉਹਦੇ ਵਿੱਚ ਵੀ ਬੋਲਣ ਨਹੀਂ ਦਿੱਤਾ ਜਾਂਦਾ। ਇਹ ਡੈਮੋਕ੍ਰੇਸੀ ਨਹੀਂ ਹੈ। ਮੈਂ ਤਾਂ ਡੈਮੋਕ੍ਰੇਸੀ ਦਾ ਅਸਲੀ ਰੂਪ ਜਿਹੜਾ ਆ ਉਹ ਲੋਕਾਂ ਦੇ ਸਾਹਮਣੇ ਲੈ ਕੇ ਜਾਈਏ ਤਾਂ ਕਿ ਅਸੀਂ ਸਾਰੇ ਜਣੇ ਉਹਨੂੰ ਆਨਸਰੇਬਲ ਤਾਂ ਹੋਈਏ। ਜੇ ਮੈਂ ਵੀ ਕੋਈ ਗਲਤੀ ਕਰਦਾ, ਮੈਂ ਆਪਣੇ ਡਿਪਾਰਟਮੈਂਟ ਤੋਂ, ਮੈਨੂੰ ਵੀ ਕਹਿਣ ਵਾਲਾ ਕੋਈ ਨਾ ਕੋਈ ਹੋਣਾ ਚਾਹੀਦਾ ਕਿਉਂਕਿ ਮੈਂ ਕੋਈ ਸੁਪਰ ਹਿਊਮਨ ਬੀਇੰਗ ਨਹੀਂ ਹੈ।
ਕਿਉਂਕਿ ਲੇਕਿਨ ਨੀਅਤ ਸਾਫ਼ ਹੋਣੀ ਚਾਹੀਦੀ ਆ ਔਰ ਕੰਮ ਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ, ਤਾਂ ਹੀ ਅਸੀਂ ਜਾ ਕੇ ਅੱਗੇ ਵਧਾਂਗੇ। ਕਰਪਸ਼ਨ ਦੀ ਗੱਲ ਅਗਰ ਦੇਖੀ ਜਾਵੇ, ਬਹੁਤ ਸਾਰੀ ਫਾਈਲਾਂ ਹੁਣ ਖੁੱਲਣਗੀਆਂ। ਜਿਸ ਤਰੀਕੇ ਦੇ ਨਾਲ ਕਈ ਜਿਹੜੇ ਮੰਤਰੀ ਨੇ oath ਲਿੱਤੀ, ਉਹਨਾਂ ਨੇ ਕਿਹਾ ਸੀ ਸਾਡੇ ਇੰਟਰਵਿਊ 'ਚ ਕਿ ਫਾਈਲਾਂ ਹੁਣ ਜਲਦ ਖੁੱਲਣਗੀਆਂ ਔਰ ਸਟੈਪਸ ਵੀ ਚੱਕੇ ਜਾਣਗੇ ਔਰ ਜਲਦ ਤੋਂ ਜਲਦ ਕਾਰਵਾਈ ਵੀ ਹੋਏਗੀ। ਜਿੰਨੀ ਮੇਰੀ ਦੇਖੋ, ਮੈਂ ਕੈਬਨਿਟ ਦਾ ਹਿੱਸਾ ਹੈਗਾ, ਕੈਬਨਿਟ ਦੇ ਵਿੱਚ ਵੀ ਉਹ ਗੱਲਾਂ ਕਰੂੰਗਾ ਜਿਹੜੀਆਂ ਚੀਜ਼ਾਂ ਕਰਨ ਦੀ ਜ਼ਰੂਰਤ ਹੈਗੀ ਆ। ਰਾਜ ਕੀ ਹੁੰਦਾ ਕਿ ਜਿਹੜਾ ਚੰਗਾ ਇਨਸਾਨ ਹੈ ਉਹਨੂੰ ਭੈ ਨਾ ਹੋਵੇ ਤੇ ਮਾੜੇ ਨੂੰ ਜਿਹੜਾ ਆ ਉਹ ਡਰ ਹੋਣਾ ਚਾਹੀਦਾ ਵੀ ਹਾਂ ਵੀ ਇਹੀ ਰਾਜ ਹੁੰਦਾ, ਹੋਰ ਕੁਝ ਨਹੀਂ ਹੁੰਦਾ। ਸੋ ਇਸ ਕਰਕੇ ਮਾੜੇ ਅਨਸਰਾਂ ਨੂੰ ਭੈ ਜ਼ਰੂਰ ਹੋਣਾ ਚਾਹੀਦਾ। ਸਰ ਤੁਹਾਡੇ ਕੋਲ ਜਿਹੜਾ ਵੀ ਮਹਿਕਮਾ ਆਏਗਾ, ਪ੍ਰਾਇੋਰਟੀਜ਼ ਕਿਆ ਰਹਿਣਗੀਆਂ? ਦੇਖੋ, ਲੌਂਗ ਟਰਮ ਤੇ ਸ਼ਾਰਟ ਟਰਮ। ਅਨਫੋਰਚੂਨੇਟਲੀ ਸਾਡੇ ਸਿਸਟਮ ਨੇ, ਜਦੋਂ ਵੀ ਨਵਾਂ ਸਿਸਟਮ ਆਉਂਦਾ, ਮੈਨੂੰ ਕੁਝ ਪੱਤਰਕਾਰ ਕਹਿ ਰਹੇ ਸੀ ਵੀ ਤੁਸੀਂ ਜੀ ਨਵੀਂ ਸਪੋਰਟਸ ਪਾਲਿਸੀ ਬਣਾਇਓ, ਲੇਕਿਨ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ। 2010 ਦੇ ਵਿੱਚ ਸਪੋਰਟਸ ਪਾਲਿਸੀ ਐਕਚੁਅਲੀ ਬਿਊਰੋਕਰੈਟ ਨਾ ਜਿਹੜੇ ਇਹਨੂੰ ਉਲਝਾ ਲੈਂਦੇ ਆ ਕਿ ਜੀ ਆਪਾਂ ਨਵੀਂ ਪਾਲਿਸੀ ਬਣਾਵਾਂਗੇ, ਫਿਰ ਉਹਦੇ ਤੇ 2-3 ਮਹੀਨੇ ਨਿਗਾਵਾਂਗੇ। ਨੋ, ਬੇਸਿਕਲੀ ਮਾਹੌਲ ਬਣਾਉਣ ਦੀ ਜ਼ਰੂਰਤ ਹੈ, ਕਿਉਂਕਿ ਇਹਦਾ ਬੇਸ ਐਕਸਪੈਂਡ ਕਰਨ ਦੀ ਜ਼ਰੂਰਤ ਹੈ। ਸਾਡਾ ਨੌਜਵਾਨ ਪੀੜ੍ਹੀ ਨੂੰ ਉਧਰ ਨੂੰ ਲਾਉਣ ਦੀ ਜ਼ਰੂਰਤ ਹੈ। ਉਹਦੇ ਨਾਲ ਸਾਡਾ ਸਿਰਫ ਸਪੋਰਟਸ ਦਾ ਐਂਗਲ ਹੀ ਨਹੀਂ ਕਵਰ ਹੋਊਗਾ, ਉਹਦੇ ਨਾਲ ਸਾਡਾ ਬੇਸਿਕਲੀ ਯੂਥ ਜਿਹੜਾ ਹੈ ਉਹ ਚੰਗੇ ਪਾਸੇ ਨੂੰ ਵੀ ਲੱਗੂ।